ਮੈਨੂੰ ਹਰ ਮਰਦ ਪ੍ਰਧਾਨ ਜਿਹੜੀ ਸੋਚ ਆ ਉਸ ਚੀਜ਼ ਤੋਂ ਮੈਨੂੰ ਬਹੁਤ ਨਫ਼ਰਤ ਆ ਮਰਦ ਪ੍ਰਧਾਨ ਸੋਚ ਤੋਂ। ਕਿ ਜਿਹੜੀਆਂ ਔਰਤਾਂ ਨੇ ਉਹ ਕਾਨੂੰਨ ਦੀ ਦੁਰਵਰਤੋਂ ਆ ਬੜੇ ਵਧੀਆ ਤਰੀਕੇ ਨਾਲ ਅੱਜ ਕੱਲ੍ਹ ਕਰੀ ਜਾਂਦੀਆਂ ਨੇ। ਸਾਡੇ ਸਮਾਜ ਦੀ ਜਿਹੜੀ ਤਰਾਸਦੀ ਆ ਉਹ ਹੈ ਕਿ ਜਾਂ ਤਾਂ ਔਰਤ ਨੂੰ ਦੇਵੀ ਬਣਾ ਦਿੰਦੇ ਨੇ ਜਾਂ ਪੈਰ ਦੀ ਜੁੱਤੀ ਰੱਖਦੇ ਨੇ। तुम करो तो रास लीला हम करे तो करैक्टर ढीला। जे ਧੀਆਂ ਉੱਥੇ ਕਈ ਕਹਿੰਦੇ ਆ ਕਿ ਧੀਆਂ ਜਿਸਮ ਫਰੋਸ਼ੀ ਦੇ ਧੰਦੇ ਕਰਨ ਨੂੰ ਮਜਬੂਰ ਹੋ ਜਾਂਦੀਆਂ ਨੇ। ਤਾਂ ਮੈਂ ਇਹੋ ਜਿਹੇ ਮਰਦਾਂ ਨੂੰ ਜਾਣਦੀ ਹਾਂ ਜੋ ਖੁਦ ਉਹ ਵੀ ਜਿਸਮ ਫਰੋਸ਼ੀ ਦਾ ਧੰਦਾ ਕਰਦੇ ਨੇ। ਮੈਂ 55 ਦਿਨ ਜੇਲ੍ਹ ਚਲਾ ਕੇ ਆਈ ਸੀ ਕਿ ਮੇਰੇ ਲਈ ਸਭ ਤੋਂ ਪਹਿਲਾਂ ਜ਼ਰੂਰੀ ਇਹ ਸੀਗਾ ਕਿ ਮੈਂ ਆਪਣੇ ਮਾਪਿਆਂ ਨੂੰ ਸੈਟੀਸਫਾਈ ਕਰਾਂ, ਮੈਂ ਆਪਣੇ ਮਾਪਿਆਂ ਨੂੰ ਕਾਮ ਡਾਊਨ ਕਰਾਂ। ਐਡਵੋਕੇਟ ਸਿਮਰਨਜੀਤ ਕੌਰ ਗਿੱਲ ਨੇ ਇੱਕ ਵਾਰ ਫਿਰ ਆਪਣੇ ਫੇਸਬੁੱਕ ਪੇਜ ਤੇ ਲਾਈਵ ਹੋ ਕੇ ਔਰਤਾਂ ਦੇ ਹੱਕਾਂ ਦੀ ਗੱਲ ਕੀਤੀ ਹੈ। ਉਹਨਾਂ ਕਿਹਾ ਕਿ ਜਦੋਂ ਤੱਕ ਮਰਦ ਬਨਾਮ ਔਰਤ ਅਤੇ ਔਰਤ ਬਨਾਮ ਮਰਦ ਦੀ ਸੋਚ ਰੱਖ ਕੇ ਸਮਾਜ ਚੱਲੇਗਾ ਉਦੋਂ ਤੱਕ ਸਮਾਜ ਦਾ ਸੁਧਾਰ ਨਹੀਂ ਹੋ ਸਕਦਾ, ਸਗੋਂ ਇਹ ਸਮਾਜ ਨਿਘਾਰ ਵੱਲ ਹੀ ਜਾਵੇਗਾ। ਐਡਵੋਕੇਟ ਸਿਮਰਨਜੀਤ ਕੌਰ ਗਿੱਲ ਨੇ ਉਹਨਾਂ ਔਰਤਾਂ ਨੂੰ ਵੀ ਔਰਤਾਂ ਦੇ ਹੱਕ ਦੀ ਗੱਲ ਕਰਨ ਦੀ ਨਸੀਹਤ ਦਿੱਤੀ ਜੋ ਔਰਤਾਂ ਨੂੰ ਬਦਨਾਮ ਕਰਨ ਦੀਆਂ ਸਾਜ਼ਿਸ਼ਾਂ ਬਣਾਉਂਦੀਆਂ ਨੇ। ਹੋਰ ਕੀ ਕਿਹਾ ਐਡਵੋਕੇਟ ਸਿਮਰਨਜੀਤ ਕੌਰ ਗਿੱਲ ਨੇ, ਤੁਸੀਂ ਆਪ ਹੀ ਸੁਣ ਲਓ। ਸਤਿ ਸ਼੍ਰੀ ਅਕਾਲ ਜੀ, ਮੈਂ ਐਡਵੋਕੇਟ ਸਿਮਰਨਜੀਤ ਕੌਰ ਗਿੱਲ ਤੇ ਜਿਵੇਂ ਕਿ ਮੈਂ ਪਹਿਲਾਂ ਹੀ ਦੱਸਿਆ ਸੀਗਾ, ਮੈਂ ਪਹਿਲਾਂ ਪੋਸਟ ਪਾਈ ਸੀਗੀ ਕਿ ਮੈਂ ਅੱਜ ਮਰਦ ਪ੍ਰਧਾਨ ਸਮਾਜ ਦੇ ਬਾਰੇ ਗੱਲ ਕਰਨੀ ਆ। ਮੈਂ ਹਮੇਸ਼ਾ ਆਪਣੀ ਜ਼ਿੰਦਗੀ ਦੇ ਵਿੱਚ, ਆਪਣੀ ਪ੍ਰੈਕਟਿਸ ਦੇ ਵਿੱਚ ਜਾਂ ਆਪਣੇ ਸਮਾਜਿਕ ਜਿਹੜੇ ਕੰਮ ਨੇ ਉਹਨਾਂ ਦੇ ਵਿੱਚ ਮੈਂ ਕਦੇ ਵੀ ਜੈਂਡਰ ਬਾਇਸਡ ਨਹੀਂ ਹੋਈ। ਮੈਂ ਜੇ ਕੁੜੀਆਂ ਦੇ ਹੱਕਾਂ ਦੀ ਗੱਲ ਕੀਤੀ ਆ ਤਾਂ ਜਿੱਥੇ ਕੁੜੀਆਂ ਕਾਨੂੰਨ ਦੀ ਦੁਰਵਰਤੋਂ ਕਰਦੀਆਂ ਨੇ ਮੈਂ ਉਹਨਾਂ ਦੇ ਵਿਰੁੱਧ ਵੀ ਖੜੀ ਹੋਈ ਹਾਂ ਹਮੇਸ਼ਾ ਹੀ, ਜੋ ਮੇਰਾ ਅਸੂਲ ਰਿਹਾ ਤੇ ਇਹ ਅਸੂਲ ਹਮੇਸ਼ਾ ਰਹੇਗਾ ਹੀ। ਕਿਉਂਕਿ ਮੇਰੀ ਜੋ ਸੋਚ ਆ ਉਹ ਕਹਿੰਦੀ ਆ ਕਿ ਚਾਹੇ ਅਸੀਂ ਕਿੰਨੀਆਂ ਵੀ ਤਕਲੀਫਾਂ ਝੱਲੀਆਂ ਹੋਣ, ਬੀਇੰਗ ਅ ਗਰਲ ਮੈਂ ਜਾਂ ਹੋਰ ਕੁੜੀਆਂ ਨੇ ਬਹੁਤ ਕੁਝ ਫੇਸ ਕੀਤਾ ਹੋਵੇ ਜੋ ਸਮਾਜ ਦੇ ਵਿੱਚ ਅੱਗੇ ਆ ਕੇ ਕੁਝ ਕਰਨਾ ਚਾਹੁੰਦੀਆਂ ਨੇ ਜਾਂ ਕਰ ਰਹੀਆਂ ਨੇ, ਪਰ ਗੱਲ ਇਹ ਹੁੰਦੀ ਆ ਕਿ ਜਦ ਤੱਕ ਸਾਡੀ ਜਿਹੜੀ ਇਹ ਸੋਚ ਆ ਔਰਤ ਬਨਾਮ ਮਰਦ ਤੇ ਮਰਦ ਬਨਾਮ ਵਰਸਸ ਔਰਤ ਰਹੂਗੀ ਉਨੀ ਦੇਰ ਤੱਕ ਸਾਡੇ ਸਮਾਜ ਦਾ ਜਿਹੜਾ ਹੈਗਾ ਆ ਨਾ ਤਾਂ ਉਹ ਸੁਧਾਰ ਹੋਣਾ ਆ ਤੇ ਸਮਾਜ ਨੇ ਨਿਘਾਰ ਵੱਲ ਹੀ ਜਾਣਾ ਆ। ਜੋ ਮੇਰਾ ਆਪਣਾ ਜੋ ਪਰਸਨਲ ਐਕਸਪੀਰੀਅੰਸ ਵੀ ਹੈਗਾ ਆ ਤੇ ਜੋ ਮੇਰੀ ਆਪਣੀ ਸੋਚ ਵੀ ਹੈਗੀ ਆ ਤੇ ਮੈਨੂੰ ਹਰ ਮਰਦ ਪ੍ਰਧਾਨ ਜਿਹੜੀ ਸੋਚ ਆ ਉਸ ਚੀਜ਼ ਤੋਂ ਮੈਨੂੰ ਬਹੁਤ ਨਫ਼ਰਤ ਆ ਮਰਦ ਪ੍ਰਧਾਨ ਸੋਚ ਤੋਂ। ਗੱਲ ਆ ਕਿ ਮੈਂ ਵੀ ਬੋਲਦੀ ਆ, ਆਪਾਂ ਹਮੇਸ਼ਾ ਬੋਲਦੇ ਆ ਕਿ ਜਿਹੜੀਆਂ ਔਰਤਾਂ ਨੇ ਉਹ ਕਾਨੂੰਨ ਦੀ ਦੁਰਵਰਤੋਂ ਆ ਬੜੇ ਵਧੀਆ ਤਰੀਕੇ ਨਾਲ ਅੱਜ ਕੱਲ੍ਹ ਕਰੀ ਜਾਂਦੀਆਂ ਨੇ। ਤੇ ਮੈਂ ਖਾਸ ਕਰਕੇ ਜਿਹੜਾ ਮੇਰਾ ਏਕਮ ਟੀਵੀ ਦੇ ਉੱਤੇ ਜਿਹੜਾ ਪ੍ਰੋਗਰਾਮ ਆਉਂਦਾ ਆ ਮੇਰਾ ਮਾਣ ਮੇਰਾ ਅਧਿਕਾਰ, ਉਹਦੇ ਵਿੱਚ ਇਸ ਵਾਰ ਜਿਹੜਾ ਟੌਪਿਕ ਆ ਉਹ ਖਾਸ ਕਰਕੇ ਮਰਦਾਂ ਦੇ ਜਿਹੜੇ ਹੱਕ ਆ ਉਹਨਾਂ ਨੂੰ ਲੈ ਕੇ ਰੱਖਿਆ ਗਿਆ ਆ, ਜਿਹਦੇ ਵਿੱਚ ਅਸੀਂ ਮਰਦਾਂ ਦੇ ਜੋ ਅਧਿਕਾਰ ਨੇ ਉਹਨਾਂ ਦੇ ਬਾਰੇ ਗੱਲ ਕਰਨੀ ਆ। ਕਿਉਂਕਿ ਸਿਰਫ ਔਰਤਾਂ ਹੀ ਨਹੀਂ ਸ਼ੋਸ਼ਣ ਦਾ ਸ਼ਿਕਾਰ ਹੁੰਦੀਆਂ, ਸ਼ੋਸ਼ਣ ਦਾ ਸ਼ਿਕਾਰ ਮਰਦ ਵੀ ਹੁੰਦੇ ਨੇ। ਪਰ ਅੱਜ ਜੋ ਮੇਰਾ ਟੌਪਿਕ ਆ ਉਹ ਸਿਰਫ ਪਿਓਰ ਫੈਮਿਨਿਸਟ ਹੈਗਾ ਆ, ਫੈਮਿਨਿਜ਼ਮ ਦੇ ਉੱਤੇ ਆਧਾਰਿਤ ਆ। ਮੈਂ ਸਿਰਫ ਤੇ ਸਿਰਫ ਅੱਜ ਉਹ ਗੱਲ ਕਰਨੀ ਆ ਕਿ ਆਪਣਾ ਜਿਹੜਾ ਸਮਾਜ ਆ ਇਹ ਜਿੰਨਾ ਵੀ ਕਹਿ ਲਓ ਕਿ ਜਿੰਨਾ ਮਰਜ਼ੀ ਮਾਡਰਨ ਹੋ ਜੇ, ਪਰ ਜਿਹੜੀ ਸਾਡੀ ਸਮਾਜ ਦੀ ਜਿਹੜੀ ਸੋਚ ਆ ਇਹ ਜਦ ਤੱਕ ਨਹੀਂ ਬਦਲੇਗੀ ਨਾ, ਜਦ ਤੱਕ ਇਹ ਔਰਤ ਨੂੰ ਬਰਾਬਰੀ ਦਾ ਹੱਕ, ਸਾਡੇ ਸਮਾਜ ਦੀ ਜਿਹੜੀ ਤਰਾਸਦੀ ਆ ਉਹ ਹੈ ਕਿ ਜਾਂ ਤਾਂ ਔਰਤ ਨੂੰ ਦੇਵੀ ਬਣਾ ਦਿੰਦੇ ਨੇ ਜਾਂ ਪੈਰ ਦੀ ਜੁੱਤੀ ਰੱਖਦੇ ਨੇ। ਇਹਨੂੰ ਕਦੇ ਵੀ ਜੋ ਬਰਾਬਰੀ ਦਾ ਅਸਲ ਹੱਕਦਾਰ ਔਰਤ ਹੈ, ਜੋ ਬਰਾਬਰੀ ਮਿਲਣੀ ਚਾਹੀਦੀ ਆ, ਉਹ ਕਦੇ ਨਹੀਂ ਮਿਲੀ ਹੈਗੀ। ਮੈਂ ਵੀ ਮੈਂ ਇਹ ਚੀਜ਼ਾਂ ਮੈਂ ਤਾਂ ਬੋਲਦੀ ਹਾਂ ਕਿਉਂਕਿ ਮੈਂ ਖੁਦ ਇਹ ਚੀਜ਼ਾਂ ਫੇਸ ਕੀਤੀਆਂ ਨੇ। ਮੈਂ ਖੁਦ ਹਰ ਟਾਈਮ ਹਰ ਦਿਨ ਇਸ ਚੀਜ਼ ਦੇ ਨਾਲ ਜੂਝਦੀ ਹਾਂ, ਇਸ ਚੀਜ਼ ਦੇ ਨਾਲ ਸਟਰਗਲ ਕਰਦੀ ਹਾਂ। ਬੀਇੰਗ ਅ ਗਰਲ ਜਿੰਨੀਆਂ ਚੀਜ਼ਾਂ ਮੈਂ ਫੇਸ ਕੀਤੀਆਂ ਨੇ ਮਤਲਬ ਸ਼ਾਇਦ ਹੀ ਉਹ ਜੇ ਮੈਂ ਮੁੰਡਾ ਹੁੰਦੀ ਮੈਨੂੰ ਫੇਸ ਕਰਨੀਆਂ ਪੈਂਦੀਆਂ। ਪਰ ਇਸ ਚੀਜ਼ ਦੇ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਬੀਇੰਗ ਅ ਫੀਮੇਲ ਮੈਨੂੰ ਜਿੰਨੀਆਂ ਓਪਰਚੁਨਿਟੀਜ਼ ਮਿਲੀਆਂ ਨੇ ਸ਼ਾਇਦ ਬੀਇੰਗ ਅ ਮੇਲ ਮੈਨੂੰ ਨਾ ਮਿਲਦੀਆਂ, ਇਹਦੇ ਵਿੱਚ ਵੀ ਕੋਈ ਡਾਊਟ ਨਹੀਂ ਹੈਗਾ।
ਹਾਂ, ਕਈ ਲੋਕ ਬੋਲ ਦਿੰਦੇ ਆ ਕਿ ਜੋ ਵੀ ਅੱਜ ਦਾ ਕਾਨੂੰਨ ਆ, ਹੁਣ ਮੈਂ ਦੋ ਚੀਜ਼ਾਂ ਤੇ ਚਾਨਣਾ ਪਾਉਂਗੀ ਕਿ ਚੱਲਦਾ ਕੀ ਆ ਕਿ ਪੁਰਾਣੇ ਟਾਈਮ ਤੋਂ ਚੱਲਦਾ ਆ ਰਿਹਾ ਆ ਜੋ ਮਰਦ ਪ੍ਰਧਾਨ ਸਾਡੀ ਜਿਹੜੀ ਸੁਸਾਇਟੀ ਸੀਗੀ, ਜਿਹੜੀ ਪੈਟਰੀਆਰਕੀਕਲ ਸੁਸਾਇਟੀ ਜਿਹਨੂੰ ਅਸੀਂ ਬੋਲਦੇ ਆ, ਇਹਦੇ ਵਿੱਚ ਸ਼ੁਰੂ ਤੋਂ ਹੀ ਕੀ ਰਿਹਾ ਆ ਕਿ ਮਰਦ ਪ੍ਰਧਾਨ ਰਿਹਾ ਸਮਾਜ ਸਾਡੇ। ਜਸਟ ਸਪੋਜ਼ ਹੈ ਨਾ, ਜਦੋਂ ਵਿਆਹ ਹੋਣਾ ਆ, ਵਿਆਹ ਹੋ ਕੇ ਕੁੜੀ ਦੇ ਸਰਨੇਮ ਦੇ ਪਿੱਛੇ ਮੁੰਡੇ ਦਾ ਸਰਨੇਮ ਲੱਗਦਾ ਹੈ, ਇਹ ਸਾਡੀ ਮਰਦ ਪ੍ਰਧਾਨ ਸੋਚ ਕਰਕੇ ਆ। ਕੁੜੀ ਵਿਆਹ ਕੇ ਪੇਕੇ ਛੱਡ ਕੇ ਸਹੁਰੇ ਘਰ ਹੀ ਜਾਊਗੀ, ਇਹ ਮਰਦ ਪ੍ਰਧਾਨ ਹੀ ਆ ਸੁਸਾਇਟੀ। ਠੀਕ, ਮੈਂ ਹਮੇਸ਼ਾ ਇੱਕ ਡਾਇਲੋਗ ਬੋਲਦੀ ਹੁੰਦੀ ਆ ਜੋ ਸੱਚ ਆ। ਠੀਕ, ਇਹ ਮੇਰਾ ਡਾਇਲੋਗ ਲੋਕਾਂ ਨੂੰ ਚੁਭਦਾ ਵੀ ਆ ਕਿ ਮੈਂ ਕਰਾਂ ਨਹੀਂ ਤੂੰ, ਮੈਂ तुम करो तो रास लीला, हम करे तो करैक्टर ढीला। जे मर्द ਕਿਸੇ ਔਰਤ ਦੇ ਨਾਲ ਘੁੰਮਦਾ ਹੈ, ਉਹਦੀ ਟੌਰ ਬਣਦੀ ਹੈ, ਤੇ ਜੇ ਕਿਸੇ ਕੁੜੀ ਨੇ ਮਰਦ ਨੂੰ ਨਾਰਮਲ ਤਰੀਕੇ ਨਾਲ ਵੀ ਬੁਲਾ ਲਿਆ ਤੇ ਉਹਦਾ ਕਰੈਕਟਰ ਜਿਹੜਾ ਹੈਗਾ ਆ ਢਿੱਲਾ ਹੋ ਜਾਂਦਾ ਆ। ਲੋਕ ਸੋਚਦੇ ਆ ਕਿ ਕੁੜੀ ਕਿੱਦਾਂ, ਮਤਲਬ ਜੋ ਆਪਣੀ ਸੋਚ ਆ ਲੋਕਾਂ ਦੀ। ਤੇ ਅਨਡਾਊਟਡਲੀ ਇਹਦੇ ਵਿੱਚ ਕੋਈ ਸ਼ੱਕ ਨਹੀਂਗਾ ਕਿ ਜਦ ਤੱਕ ਸਾਡੀ ਜਿਵੇਂ ਗੱਡੀ ਦੇ ਪਹੀਏ ਹੁੰਦੇ ਆ, ਹਮੇਸ਼ਾ ਬੋਲਦੀ ਆ ਕਿ ਗੱਡੀ ਦੇ ਪਹੀਏ ਆ ਨਾ ਜਿਹੜੇ, ਉਹ ਬਰਾਬਰ ਨਹੀਂ ਹੋਣਗੇ ਉਨੀ ਦੇਰ ਤੱਕ ਜ਼ਿੰਦਗੀ ਦੀ ਗੱਡੀ ਆ ਜਿਹੜੀ ਉਹ ਬਰਾਬਰ ਨਹੀਂ ਚੱਲਣੀ ਹੈਗੀ। ਮੈਂ ਇਹ ਚੀਜ਼ਾਂ ਕਿਉਂ ਬੋਲਦੀ ਹਾਂ, ਹੁਣ ਛੋਟੀਆਂ ਛੋਟੀਆਂ ਮੈਂ ਐਗਜ਼ਾਮਪਲਸ ਕੋਟ ਕਰੂੰਗੀ। ਜ਼ਿਆਦਾ ਤਾਂ ਇੱਕ ਤਾਂ ਹੁਣੀ ਭੈਣ ਹਰਜੀਤ ਬਡਰੁੱਖਾ ਆ, ਉਹਦੀ ਗੱਲ ਹੋ ਰਹੀ ਆ। ਉਹਨਾਂ ਦੀ ਕੋਈ ਵੀਡੀਓ ਸੀਗੀ ਜਿਹਦੇ ਵਿੱਚ ਉਹਨਾਂ ਨੇ ਯੂਕੇ 'ਚ ਜਿਹੜੀਆਂ ਕੁੜੀਆਂ ਪ੍ਰੋਬਲਮ ਫੇਸ ਕਰ ਰਹੀਆਂ ਨੇ ਉਹਨਾਂ ਦੇ ਬਾਰੇ ਉਹਨਾਂ ਨੇ ਬਿਆਨ ਕੀਤਾ ਸੀਗਾ। ਕਾਫੀ ਪੁਰਾਣੀ ਵੀਡੀਓ ਸੀਗੀ ਜਿਹਨੂੰ ਮੀਡੀਆ ਨੇ ਪੋਸਟ ਕਰਤਾ, ਤੇ ਹੁਣ ਉਹ ਥੋੜੇ ਦਿਨ ਪਹਿਲਾਂ ਕਿਸੇ ਦੀ ਉਹ ਸੇਵਾ ਕਰ ਰਹੇ ਸੀਗੇ, ਰਾਸ਼ਨ ਪਹੁੰਚਾ ਰਹੇ ਸੀ। ਸਾਨੂੰ ਇਹੋ ਜਿਹੀ ਧੀ ਭੈਣ ਨੂੰ ਸਲੂਟ ਕਰਨਾ ਚਾਹੀਦਾ ਆ ਕਿ ਜਿਹੜੀ ਯੂਕੇ ਵਰਗੀ ਯੂਕੇ ਇੱਕ ਹੋਰ ਕੰਟਰੀ 'ਚ ਜਾ ਕੇ ਵੀ ਹੋਰ ਜਿਹੜੀਆਂ ਉੱਥੇ ਦੀਆਂ ਕੁੜੀਆਂ ਨੇ ਉਹਨਾਂ ਦੀਆਂ ਮੁਸ਼ਕਲਾਂ ਹੱਲ ਕਰ ਰਹੀ ਆ। ਉਹ ਕੁੜੀ, ਉਹ ਹਰਜੀਤ ਬਡਰੁੱਖਾ ਭੈਣ, ਉਹ ਲੋਕਾਂ ਦੀਆਂ ਜਿਹੜੀਆਂ ਮੁਸ਼ਕਲਾਂ ਆ ਉਹਨਾਂ ਨੂੰ ਹੱਲ ਕਰ ਰਹੀ ਹੈ। ਉੱਥੇ ਜਿਹੜੀਆਂ ਕੁੜੀਆਂ ਉਹਨੂੰ ਅਪਰੋਚ ਕਰਦੀਆਂ ਨੇ ਉਹਨਾਂ ਦੀ ਸਪੋਰਟ ਕਰ ਰਹੀ ਹੈ, ਪਰ ਨਾਲ ਦੀ ਨਾਲ ਮਾਪਿਆਂ ਨੂੰ ਇਹ ਚੀਜ਼ ਸਮਝਾਉਣ ਦੀ ਕੋਸ਼ਿਸ਼ ਉਹਨੇ ਕੀਤੀ ਕਿ ਧੀਆਂ ਨੂੰ ਕੱਲੀਆਂ ਨੂੰ ਉੱਥੇ ਨਾ ਭੇਜੋ। ਹਾਂ ਠੀਕ ਆ, ਮੈਂ ਉਹਦੀ ਉਸ ਸਟੇਟਮੈਂਟ ਨਾਲ ਨਹੀਂ ਸਹਿਮਤ ਸੀ। ਮੈਂ ਉਹਨੂੰ ਵੀ ਬੋਲਿਆ, ਮੈਂ ਕਿਹਾ ਭੈਣੇ ਦੇਖ, ਤੇਰਾ ਹਸਬੈਂਡ ਚੰਗਾ ਜਾਂ ਡਜ਼ਨਟ ਮੀਨ ਕਿ ਹਰੇਕ ਦਾ ਘਰ ਵਾਲਾ ਚੰਗਾ ਹੋਏਗਾ। ਠੀਕ, ਹਰਜੀਤ ਭੈਣ ਨੇ ਇਹ ਗੱਲ ਬੋਲੀ ਕਿ ਧੀਆਂ ਦਾ ਵਿਆਹ ਕਰਕੇ ਉੱਥੇ ਭੇਜ ਦੋ। ਠੀਕ ਹੈ, ਬਾਹਰ ਜੇ ਭੇਜਣਾ ਹੈ ਉਹਨਾਂ ਨੂੰ ਕੱਲੀਆਂ ਨਾ ਭੇਜੋ। ਖੈਰ ਇਸ ਚੀਜ਼ ਨਾਲ ਮੈਂ ਸਹਿਮਤ ਨਹੀਂ ਹੈਗੀ। ਜੇ ਧੀਆਂ ਨੂੰ ਕਿਤੇ ਵੀ ਆ, ਧੀਆਂ ਨੂੰ ਮੁੰਡਿਆਂ ਦੇ ਬਰਾਬਰ ਸਮਝ ਕੇ ਚੱਲੋ। ਜੇ ਧੀਆਂ ਉੱਥੇ, ਕਈ ਕਹਿੰਦੇ ਆ ਕਿ ਧੀਆਂ ਜਿਸਮ ਫਰੋਸ਼ੀ ਦੇ ਧੰਦੇ ਕਰਨ ਨੂੰ ਮਜਬੂਰ ਹੋ ਜਾਂਦੀਆਂ ਨੇ, ਠੀਕ, ਤਾਂ ਮੈਂ ਇਹੋ ਜਿਹੇ ਮਰਦਾਂ ਨੂੰ ਜਾਣਦੀ ਹਾਂ ਜੋ ਖੁਦ ਉਹ ਵੀ ਜਿਸਮ ਫਰੋਸ਼ੀ ਦਾ ਧੰਦਾ ਕਰਦੇ ਨੇ। ਸੋ ਗੱਲ ਇਹ ਆ ਕਿ ਅਸੀਂ ਕੰਮ ਕੀ ਕਰਨਾ ਆ। ਸਾਡਾ ਗੱਲ ਹੈ ਕਿ ਸਾਨੂੰ ਧੀਆਂ ਨੂੰ ਹਿੰਮਤ ਦੇਣੀ ਚਾਹੀਦੀ ਹੈ ਕਿ ਜੇ ਤੁਸੀਂ ਇਕੱਲੇ ਚੱਲੇ ਹੋ, ਠੀਕ ਹੈ ਜੀ, ਜੇ ਤੁਸੀਂ ਇਕੱਲੇ ਚੱਲੇ ਹੋ ਤਾਂ ਤੁਹਾਨੂੰ ਮਾਪਿਆਂ ਦੀ ਸਪੋਰਟ ਦੀ ਲੋੜ ਆ। ਮਾਪੇ ਤੁਹਾਨੂੰ ਭੇਜ ਰਹੇ ਆ ਧੀਆਂ ਨੂੰ, ਇਹ ਨਾ ਕਹੋ ਕਿ ਉਹਨਾਂ ਦਾ ਵਿਆਹ ਕਰਕੇ ਭੇਜ ਦਿਓ। ਉੱਥੇ ਮੈਂ ਸਹਿਮਤ ਨਹੀਂ ਸੀ, ਪਰ ਭੈਣ ਨੇ ਹਾਲਾਤ ਦੱਸੇ ਆ। ਉਹ ਕਰੋਨਾ ਕਰਕੇ ਹਰ ਜਗ੍ਹਾ ਤੇ ਸੇਮ ਹਾਲਾਤ ਨੇ। ਇਹ ਸਿਰਫ ਉੱਥੇ ਦੇ ਹਾਲਾਤ ਨਹੀਂ, ਇਹ ਹਰ ਜਗ੍ਹਾ ਦੇ ਹਾਲਾਤ ਨੇ। ਚਾਹੇ ਉਹ ਇੰਡੀਆ ਦੀ ਕੰਡੀਸ਼ਨ ਹੋਵੇ, ਚਾਹੇ ਫਿਰ ਉਹ ਯੂਕੇ ਦੀ ਕੰਡੀਸ਼ਨ ਹੋਵੇ, ਚਾਹੇ ਕਿਸੇ ਵੀ ਜਗ੍ਹਾ ਦੀ ਕੰਡੀਸ਼ਨ ਹੋਵੇ। ਸੋ ਪਰ ਲੋਕਾਂ ਨੇ ਭੈਣ ਨੂੰ ਬੜਾ ਪੁੱਠਾ ਸਿੱਧਾ ਬੋਲਿਆ ਕਿਉਂਕਿ ਮੈਂ ਉਹਨੂੰ ਬੜਾ ਪਰਸਨਲੀ ਜਾਣਦੀ ਆ। ਮੈਨੂੰ ਤਾਂ ਹੀ ਫੀਲ ਹੋਇਆ। ਮੈਂ ਕੱਲ ਦੀ ਬੜੀ ਡਿਸਅਪਾਇੰਟਡ ਜੀ ਹੋਈ, ਤੇ ਮੇਰੀ ਹਰਜੀਤ ਨਾਲ ਵੀ, ਤੇ ਉਹਨਾਂ ਦੇ ਹਸਬੈਂਡ ਆ ਨਿਸ਼ਾਨ ਭਾਜੀ, ਉਹਨਾਂ ਨਾਲ ਵੀ ਗੱਲ ਹੋਈ। ਤੇ ਵੀ ਉਹਨਾਂ ਦੇ ਨਾਲ ਜੋ ਵੀ ਮਤਲਬ ਲੋਕਾਂ ਨੇ ਜਿਹੜੇ ਘਟੀਆ ਲੋਕ ਆ, ਤੇ ਮੈਂ ਉਸ ਭੈਣ ਨੂੰ ਵੀ, ਤੇ ਮੈਂ ਹਰੇਕ ਨੂੰ, ਈਵਨ ਅਮਨਦੀਪ ਕੋਟਕਪੂਰਾ ਵੀ ਦੇਖ ਰਹੇ ਆ, ਇਹਨਾਂ ਦੇ ਨਾਲ ਵੀ, ਇਹਨਾਂ ਨੂੰ ਵੀ ਦੱਬਣ ਦੀ ਬਹੁਤ ਜ਼ਿਆਦਾ ਕੋਸ਼ਿਸ਼ ਕੀਤੀ ਆ। ਜਿੰਨੀਆਂ ਕੁ ਕੁੜੀਆਂ ਵੀ ਫਰੰਟ ਤੇ ਆ ਕੇ ਕੁਝ ਚੰਗਾ ਕਰਕੇ ਬੋਲਦੀਆਂ ਨੇ, ਉਹਨਾਂ ਦੀ ਆਵਾਜ਼ ਨੂੰ ਦੱਬਣ ਦੀ ਕੋਸ਼ਿਸ਼ ਕੀਤੀ ਜਾਂਦੀ ਆ। ਮੇਰੀ ਐਗਜ਼ਾਮਪਲ ਤੁਹਾਡੇ ਸਾਹਮਣੇ ਹੀ ਆ। ਸੋ ਮੈਂ ਆਪਣੀ ਉਹਨਾਂ ਭੈਣਾਂ ਨੂੰ ਇਹੀ ਗੱਲ ਕਹਿਣਾ ਚਾਹੂੰਗੀ ਕਿ ਇਹ ਮਰਦ ਪ੍ਰਧਾਨ ਸਮਾਜ ਆ, ਤੇ ਜੇ ਇਹਦੇ ਵਿੱਚ ਅਸੀਂ ਆਪਣੀ ਐਗਜ਼ਿਸਟੈਂਸ ਬਣਾਈ ਰੱਖਣੀ ਆ, ਤੇ ਅਸੀਂ ਜਿਹੜੇ ਕੰਮ ਕਰਨੇ ਆ, ਤਾਂ ਸਾਡਾ ਜਿਹੜਾ ਨਿਸ਼ਾਨਾ ਆ ਉਹ ਸਿੱਧਾ ਹੋਣਾ ਚਾਹੀਦਾ। ਸਾਨੂੰ ਇਹ ਪਰਵਾਹ ਨਹੀਂ ਕਰਨੀ ਚਾਹੀਦੀ ਕਿ ਕਿੱਥੇ ਸਾਡੇ ਬਾਰੇ ਕੌਣ ਬੋਲਦਾ ਆ। ਮੈਂ ਇੱਕ ਐਗਜ਼ਾਮਪਲ ਦਊਂਗੀ ਕਿ ਜਦੋਂ ਕੁੜੀ ਪੈਦਾ ਹੁੰਦੀ ਆ, ਪਹਿਲਾ ਵਿਤਕਰਾ ਤਾਂ ਘਰ ਦੇ ਵਿੱਚ ਹੀ ਪੈਦਾ ਹੋ ਜਾਂਦਾ ਕਿ ਜੇ ਇੱਕ ਮੁੰਡਾ ਆ ਤੇ ਇੱਕ ਕੁੜੀ ਆ, ਤਾਂ ਮੁੰਡੇ ਨੂੰ ਖਾਣ ਨੂੰ ਪਹਿਨਣ ਨੂੰ ਜ਼ਿਆਦਾ ਵਧੀਆ ਮਿਲੂਗਾ, ਧੀ ਨੂੰ ਘੱਟ ਮਿਲੂਗਾ। ਇਹ ਸਾਡੇ ਸਮਾਜ ਦੇ ਵਿੱਚ ਹੁੰਦਾ ਆ, ਚਾਹੇ ਕੋਈ ਮੰਨੇ ਚਾਹੇ ਨਾ ਮੰਨੇ। ਇਹ ਚੀਜ਼ਾਂ ਦੇਖੀਆਂ ਹੋਈਆਂ ਨੇ, ਪਰਖੀਆਂ ਹੋਈਆਂ ਚੀਜ਼ਾਂ ਨੇ। ਠੀਕ, ਤੇ ਇਹ ਵਿਤਕਰਾ ਖੁਦ ਮਾਂ ਕਰਦੀ ਆ, ਪਿਓ ਨਹੀਂ ਕਰਦਾ।
ਇਹ ਔਰਤ ਦੀ ਦੁਸ਼ਮਣ ਔਰਤ ਇਸੇ ਲਈ ਬੋਲ ਦਿੰਦੇ ਆ ਕਿਉਂਕਿ ਔਰਤ ਖੁਦ ਔਰਤ ਨੂੰ ਦਬਾਉਣ ਤੇ ਤੁਲ ਜਾਂਦੀ ਆ। ਫਿਰ ਜਦੋਂ ਕੁੜੀਆਂ ਥੋੜਾ ਜਿਹਾ ਅੱਗੇ ਵਧਣ ਦੀ ਕੋਸ਼ਿਸ਼ ਕਰਦੀਆਂ ਨੇ, ਪੜ੍ਹਦੀਆਂ ਲਿਖਦੀਆਂ ਨੇ, ਤਾਂ ਫਿਰ ਹਮੇਸ਼ਾ ਪ੍ਰੈਫਰ ਇਹ ਕੀਤਾ ਜਾਂਦਾ ਹੈ ਕਿ ਜੇ ਮੁੰਡਾ ਤੇ ਕੁੜੀ ਦੋਨੋਂ ਪੜ੍ਹ ਰਹੇ ਆ ਤੇ ਮੁੰਡੇ ਨੂੰ ਪੜ੍ਹਾਈ ਦੇ ਜ਼ਿਆਦਾ ਮੌਕੇ ਦੇ ਦਿੱਤੇ ਜਾਣ, ਕੁੜੀ ਨੂੰ ਨਾ ਦਿੱਤੇ ਜਾਣ। ਕੁੜੀ ਦੇ ਵਿਆਹ ਦੀ ਫਿਕਰ ਪਹਿਲਾਂ ਪੈ ਜਾਂਦੀ ਆ। ਇਹ ਇਸ ਜਗ੍ਹਾ ਦੇ ਅੱਜ ਕੱਲ ਮੈਂ ਉਹ ਸੰਸਥਾਵਾਂ ਦਾ ਕਦੇ ਵੀ ਸਪੋਰਟ ਨਹੀਂ ਕਰਦੀ ਹੈਗੀ। ਚਲੋ ਇਹ ਮੇਰੀ ਆਪਣੀ ਬੀਇੰਗ ਆ ਫੀਮੇਲ, ਮੇਰੀ ਇਹ ਸੋਚ ਆ। ਜਿਹੜੇ ਕੁੜੀਆਂ ਦੇ ਵਿਆਹ ਕਰਦੇ ਨੇ, ਮੈਂ ਕਹਿੰਦੀ ਆ ਕਿ ਤੁਸੀਂ ਕੁੜੀਆਂ ਦੇ ਵਿਆਹ ਕਰਨ ਨਾਲੋਂ ਕੁੜੀਆਂ ਦੀ ਪੜ੍ਹਾਈ ਦੇ ਉੱਤੇ ਖਰਚਾ ਜ਼ਿਆਦਾ ਕਰ ਦਿਓ। ਉਹਨਾਂ ਨੂੰ ਇੰਨੇ ਕੁ ਕੈਪੇਬਲ ਬਣਾ ਦਿਓ ਕਿ ਆਪਣੇ ਪੈਰਾਂ ਤੇ ਖੜੀਆਂ ਹੋ ਜਾਣ ਤੇ ਵਿਆਹ ਤਾਂ ਆਪਣੇ ਆਪ ਵੀ ਹੋ ਜਾਂਦੇ ਨੇ। ਕਿਉਂਕਿ ਵਿਆਹ ਦਾ ਕੀ ਹੈ, ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਆਨੰਦ ਕਾਰਜ ਹੀ ਲੈਣੇ ਆ। ਮੈਨੂੰ ਨਹੀਂ ਲੱਗਦਾ ਕਿ ਉਸ ਚੀਜ਼ ਦੇ ਉੱਤੇ ਇੰਨਾ ਖਰਚਾ ਆਉਂਦਾ ਜਾਂ ਪੜ੍ਹਾਈ ਦੇ ਉੱਤੇ ਖਰਚਾ ਆਉਂਦਾ। ਜੇ ਵਾਕਈ ਤੁਸੀਂ ਆਪਣੀਆਂ ਧੀਆਂ ਨੂੰ ਇੰਪਾਵਰ ਕਰਨਾ ਚਾਹੁੰਦੇ ਹੋ, ਕੁੜੀਆਂ ਨੂੰ, ਆਪਣੇ ਪੰਜਾਬ ਦੀਆਂ ਧੀਆਂ ਨੂੰ ਅੱਗੇ ਲਿਜਾਣਾ ਚਾਹੁੰਦੇ ਹੋ, ਤਾਂ ਪਲੀਜ਼ ਮੇਰੀ ਉਹਨਾਂ ਸਾਰੀਆਂ ਸੰਸਥਾਵਾਂ ਨੂੰ ਇਹੀ ਬੇਨਤੀ ਆ ਕਿ ਕੁੜੀਆਂ ਦੀ ਐਜੂਕੇਸ਼ਨ ਦੇ ਉੱਤੇ, ਉਹਨਾਂ ਦੀ ਸਕਿਲਡ ਡਿਵੈਲਪਮੈਂਟ ਦੇ ਉੱਤੇ ਧਿਆਨ ਦਿਵੋ, ਨਾ ਕਿ ਉਹਨਾਂ ਦੇ ਵਿਆਹ ਦੇ ਲਈ ਜਿਹੜੇ ਕਰਦੇ ਹੈਗੇ ਆ ਵੀ ਅਸੀਂ ਧੀਆਂ ਦੇ ਸਮੂਹਿਕ ਵਿਆਹ ਕਰਨੇ ਆ। ਉਸ ਚੀਜ਼ ਨਾਲੋਂ ਮੈਂ ਤਾਂ ਕਹਿੰਦੀ ਉਸ ਚੀਜ਼ ਨਾਲੋਂ ਤੁਸੀਂ ਜਿਹੜੀਆਂ ਕੁੜੀਆਂ ਨੇ, ਜੇ ਉਹ ਅੰਡਰ ਡਿਵੈਲਪ ਏਰੀਏ ਦੀਆਂ ਹੈਗੀਆਂ ਨੇ ਤਾਂ ਉਹਨਾਂ ਦੀ ਸਕਿਲ ਡਿਵੈਲਪਮੈਂਟ ਦੇ ਉੱਤੇ ਧਿਆਨ ਦਿਵੋ। ਉਹਨਾਂ ਨੂੰ ਸਿਲਾਈ ਸੈਂਟਰ ਖੋਲ੍ਹ ਕੇ ਦਿਵੋ, ਉਹਨਾਂ ਨੂੰ ਬਿਊਟੀ ਪਾਰਲਰ ਜਾਂ ਹੋਰ ਜਿਹੜੀਆਂ ਵੀ ਚੀਜ਼ਾਂ ਨੇ। ਹੁਣੀ ਮੈਂ ਇੱਕ ਵੀਡੀਓ ਸ਼ੇਅਰ ਕੀਤੀ ਆ, ਇੱਕ ਇੰਟਰਵਿਊ ਆ, ਛੋਟੀ ਜਿਹੀ ਕੁੜੀ ਆ ਅਮਨਦੀਪ ਕੌਰ, ਜਿਹੜੀ ਬਾਹਰ ਜਾ ਸਕਦੀ ਸੀ ਪਰ ਉਹਨੇ ਖੇਤੀ ਕੀਤੀ। ਉਹ ਖੇਤੀ ਕਰ ਰਹੀ ਆ, ਆਪਦੇ ਫਾਦਰ ਦੀ ਸਪੋਰਟ ਕਰ ਰਹੀ ਆ। ਇਹੋ ਜਿਹੀਆਂ ਕੁੜੀਆਂ ਨੂੰ ਮੋਟੀਵੇਟ ਕੀਤਾ ਜਾਵੇ। ਜਿਹੜੀਆਂ ਕੁੜੀਆਂ ਚੰਗਾ ਕੰਮ ਕਰਦੀਆਂ ਨੇ ਸਮਾਜ ਦੇ ਵਿੱਚ, ਉਹਨਾਂ ਨੂੰ ਬਾਗੀ ਕਹਿ ਦਿੱਤਾ ਜਾਂਦਾ ਆ, ਬਲਕਿ ਉਹਨਾਂ ਨੂੰ ਅੱਗੇ ਵਧਾਇਆ ਜਾਵੇ। ਥੋੜੀ ਜੀ ਸਾਡੀਆਂ ਆਪਣੀਆਂ, ਮੈਂ ਫਿਰ ਉਹੀ ਗੱਲ ਕਹੂੰਗੀ ਕਿ ਔਰਤਾਂ ਔਰਤ ਦੀਆਂ ਦੁਸ਼ਮਣ ਨੇ। ਸਾਨੂੰ ਇੱਕ ਦੂਜੇ ਦੀ ਢਾਲ ਬਣਨਾ ਚਾਹੀਦਾ, ਇੱਕ ਦੂਜੇ ਦੀ ਸਪੋਰਟ ਬਣਨਾ ਚਾਹੀਦਾ ਆ। ਜਿੱਥੇ ਸਾਡੀ ਧੀ ਭੈਣ ਕਿਤੇ ਗਲਤ ਆ, ਉੱਥੇ ਸਾਨੂੰ ਉਹਨੂੰ ਬੈਠ ਕੇ ਸਮਝਾਉਣਾ ਚਾਹੀਦਾ ਆ। ਬਲਕਿ ਕਿਸੇ ਵੀ ਚੀਜ਼ ਦੇ ਉੱਤੇ ਮਤਲਬ ਉਸ ਚੀਜ਼ ਦੇ ਵਿੱਚ ਨਹੀਂ ਬੋਲਣਾ ਚਾਹੀਦਾ ਆਪਾਂ ਨੂੰ। ਜੋ ਵੀ ਮਤਲਬ ਗਲਤ ਬੋਲਦੇ ਆ, ਸਿੱਧੀ ਜੀ ਗੱਲ ਆ, ਮੈਂ ਇੰਨੀ ਕੁ ਗੱਲ ਕਹੂੰਗੀ। ਮੈਨੂੰ ਬੁਰਾ ਲੱਗਿਆ ਹਰਜੀਤ ਬਡਰੂਖਾ ਭੈਣ ਦੇ ਨਾਲ ਜਿਹੜੀ ਆ। ਤੇ ਹੁਣ ਕਿਸੇ ਨੇ ਇੱਕ ਕਮੈਂਟ ਕੀਤਾ ਤੇ ਕਿ ਅਮਨਦੀਪ ਗੋਸਲ ਨੇ ਤੁਹਾਡੇ ਔਖੇ ਟਾਈਮ ਦੇ ਵਿੱਚ ਸਹਾਇਤਾ ਕੀਤੀ। ਤੇ ਮੈਂ ਉਹਨਾਂ ਦਾ, ਪਹਿਲੀ ਗੱਲ ਆ ਜੀ, ਮੈਂ ਨਾ ਤਾਂ ਚੀਜ਼ਾਂ ਦੇਖੀਆਂ ਸੀ, ਮੈਨੂੰ ਨਹੀਂ ਪਤਾ ਸੀ ਉਹਨਾਂ ਦਾ ਕੀ ਸੀਨ ਚੱਲ ਰਿਹਾ, ਕੀ ਚੱਕਰ ਚੱਲ ਰਿਹਾ ਆ। ਮੈਂ ਨਾ ਇਸ ਟੌਪਿਕ ਤੇ ਆ ਕੇ ਬੋਲੀ ਹਾਂ ਕਿਉਂਕਿ ਮੈਂ ਬੈਸਣਾ ਪਸੰਦ ਨਹੀਂ ਕਰਦੀ ਹੈਗੀ ਫਾਲਤੂ ਦੇ ਵਿੱਚ। ਮੇਰਾ ਧਿਆਨ ਹਮੇਸ਼ਾ ਮੇਰੇ ਟਾਰਗੇਟ ਤੇ ਹੁੰਦਾ ਆ। ਮੇਰਾ ਧਿਆਨ ਉਸ ਚੀਜ਼ ਤੇ ਹੁੰਦਾ ਕਿ ਮੈਂ ਜੇ ਮੇਰੇ ਕੋਲ ਕੋਈ ਆਇਆ ਆ ਜੈਨੂਅਨ ਆ, ਮੈਂ ਉਹਦੀ ਮਦਦ ਕਰ ਸਕਾਂ। ਜੋ ਨਹੀਂ ਜੈਨੂਅਨ ਲੱਗਦਾ, ਮੈਂ ਉਹਦੀ ਮਦਦ ਨਹੀਂ ਕਰਦੀ ਹੈਗੀ। ਮੈਂ ਬੜੀ ਆਪਣੀ ਚੀਜ਼ ਨੂੰ ਲੈ ਕੇ ਸਟ੍ਰਿਕਟ ਆ, ਇਹਨਾਂ ਚੀਜ਼ਾਂ ਨੂੰ ਲੈ ਕੇ। ਤੇ ਜੇ ਗੱਲ ਹੁਣ ਉਹ ਅਮਨਦੀਪ ਗੋਸਲ ਦੀ ਹੋਵੇ, ਮੇਰੇ ਤੋਂ ਵੱਡੇ ਨੇ, ਉਹ PhD ਸਕਾਲਰ ਨੇ, ਠੀਕ ਆ, ਪੜ੍ਹੇ ਲਿਖੇ ਨੇ, ਤੇ ਮੈਂ ਉਹਨਾਂ ਦੀ ਉਸ ਚੀਜ਼ ਦੀ ਇੱਜ਼ਤ ਮਾਣ ਕਰਦੀ ਹਾਂ। ਪਰ ਮੈਨੂੰ ਤਾਂ ਗੱਲਾਂ ਹੀ ਨਹੀਂ ਪਤਾ ਜਿਹੜੀਆਂ ਉਹ ਗੱਲਾਂ ਬੋਲੀ ਜਾਂਦੇ ਆ। ਸੋ ਮੈਨੂੰ ਨਹੀਂ ਪਤਾ ਵੀ ਉਹਨਾਂ ਦੀ ਕੀ ਇਸ਼ੂ ਆ। ਉਹਨਾਂ ਨੂੰ, ਮੈਨੂੰ ਇੰਨਾ ਪਤਾ ਕਿ ਜਿੱਦਣ ਮੈਂ ਜੇਲ੍ਹ ਚੋਂ ਆਈ ਸੀਗੀ, ਮੈਨੂੰ ਇੱਕ ਕਾਲ ਆਈ ਸੀ ਉਹਨਾਂ ਦੀ। ਦੈਟ ਟਾਈਮ ਆਈ ਥਿੰਕ ਸੰਡੇ ਦਾ ਹੀ ਦਿਨ ਸੀਗਾ, ਤੇ ਮੈਂ ADGP NRI ਨੇ, ਮੈਂ ਉਹਨਾਂ ਨੂੰ ਮਿਲਣ ਜਾਣਾ ਸੀਗਾ ਕਿਉਂਕਿ ਬੜੇ ਨੇਕ ਅਫਸਰ ਨੇ। ਮੇਰੀ ਸਰ ਦੇ ਨਾਲ, ਮੇਰੇ ਉਹਨਾਂ ਨਾਲ ਥੋੜਾ ਫੈਮਿਲੀ ਰਿਲੇਸ਼ਨ ਵੀ ਹੈਗਾ, ਤੇ ਮੈਂ ਸਰ ਨੂੰ ਮਿਲਣ ਜਾਣਾ ਸੀਗਾ। ਮੇਰੇ ਲਈ ਉਹ ਮੇਰੇ ਭਰਾਵਾਂ ਵਰਗੇ ਆ। ਸੋ ਆਈ ਵਾਸ ਦੇਅਰ। ਤੇ ਉਹਨਾਂ ਨੇ ਇਹ ਵੀ ਕਿਹਾ ਸੀਗਾ ਕਿ ਇੱਕ ਅਫਸਰ ਦੇ ਬੈਠੀ ਇਹਨੇ ਫੋਨ ਕਿਵੇਂ ਚੱਕ ਲਿਆ। ਮੈਂ ਚੱਕ ਲੈਂਦੀ ਆ, ਜਿੱਥੇ ਮੈਨੂੰ ਜ਼ਰੂਰੀ ਲੱਗਦਾ ਮੈਂ ਫੋਨ ਚੱਕ ਲੈਂਦੀ ਆ, ਠੀਕ। ਸੋ ਇਹ ਮੇਰਾ ਸੁਭਾਅ ਹੈਗਾ। ਜੇ ਮੈਂ ਕਿਤੇ ਵੀ ਬੈਠੀ ਹੋਊਂਗੀ, ਜੇ ਮੈਨੂੰ ਕੋਈ ਇੰਪੋਰਟੈਂਟ ਲੱਗਿਆ, ਉੱਤੇ ਨੰਬਰ ਸੇਵ ਸੀਗਾ ਅਮਨਦੀਪ ਗੋਸਲ, ਤੇ ਮੈਂ ਉਹਨਾਂ ਦਾ ਫੋਨ ਚੱਕ ਕੇ ਉਹਨਾਂ ਨੂੰ ਕਹਿਤਾ ਸੀਗਾ ਕਿ ਦੀਦੀ ਬਿਜ਼ੀ ਆ, ਬਾਅਦ ਵਿੱਚ ਕਾਲ ਕਰੂੰਗੀ। ਪਰ ਇੱਕ ਕੁੜੀ ਆ ਜਦੋਂ ਜੇਲ੍ਹ 'ਚ, ਹੁਣ ਮੈਂ ਜਵਾਬ ਦਿੰਦੀ ਹਾਂ ਸਾਰੀਆਂ ਚੀਜ਼ਾਂ ਦੇ। ਇੱਕ ਕੁੜੀ ਆ, ਉਹ ਜੇਲ੍ਹ ਹੋ ਕੇ ਆਈ ਆ। ਪਹਿਲੀ ਗੱਲ ਆ ਕਿ ਮਾਪਿਆਂ ਤੋਂ ਬਰਦਾਸ਼ਤ ਨਹੀਂ ਹੁੰਦਾ ਕਿ ਉਹਦੀ ਧੀ ਜੇਲ੍ਹ ਜਾ ਕੇ ਆਵੇ। ਮੈਂ 55 ਦਿਨ ਜੇਲ੍ਹ ਚਲਾ ਕੇ ਆਈ ਸੀਗੀ। ਮੇਰੇ ਲਈ ਸਭ ਤੋਂ ਪਹਿਲਾਂ ਜ਼ਰੂਰੀ ਇਹ ਸੀਗਾ ਕਿ ਮੈਂ ਆਪਣੇ ਮਾਪਿਆਂ ਨੂੰ ਸੈਟੀਸਫਾਈ ਕਰਾਂ, ਮੈਂ ਆਪਣੇ ਮਾਪਿਆਂ ਨੂੰ ਕਾਮ ਡਾਊਨ ਕਰਾਂ, ਕਿਉਂਕਿ ਮੇਰੇ ਫੈਮਿਲੀ ਦੇ ਵਿੱਚ ਬੜੀ ਉਥਲ ਪੁਥਲ ਮੱਚ ਗਈ ਸੀ। ਮੇਰੇ ਤੇ ਆਉਂਦੇ ਸਾਰੀ ਤੂੰ ਆਹ ਨਹੀਂ ਕਰਨਾ, ਤੂੰ ਇਦਾਂ ਨਹੀਂ ਕਰਨਾ, ਤੂੰ ਫਲਾਨਾ ਨਹੀਂ ਕਰਨਾ, ਧਮਕਾ ਨਹੀਂ, ਮੇਰੇ ਤੇ ਬਹੁਤ ਸਾਰੀਆਂ ਰਿਸਟ੍ਰਿਕਸ਼ਨ ਲੱਗ ਗਈਆਂ ਸੀਗੀਆਂ। ਸੋ ਉਸ ਸਮੇਂ ਸਭ ਤੋਂ ਪਹਿਲਾਂ ਜਿਹੜਾ ਮੇਰਾ ਮਕਸਦ ਸੀਗਾ, ਮੇਰੀ ਪਰਿਵਾਰ ਸੀਗਾ, ਨਾ ਕਿ ਮੈਂ ਕਿਸੇ ਹੋਰ ਦੇ ਨਾਲ ਗੱਲ ਕਰਦੀ ਜਾਂ ਕੋਈ ਵੀ ਚੀਜ਼ਾਂ। ਮੇਰੇ ਲਈ ਮੇਰਾ ਕੇਸ ਤੇ ਮੇਰੀ ਫੈਮਿਲੀ ਆ ਜਿਹੜੀ, ਉਹ ਪਹਿਲੀ ਪ੍ਰਾਇੋਰਟੀ ਆ। ਕਹਿੰਦੇ ਕਿ ਜੇ ਅਸੀਂ ਆਪਣੇ ਪਰਿਵਾਰ ਦਾ ਨਹੀਂ ਕਰ ਸਕਦੇ ਤਾਂ ਫਿਰ ਅਸੀਂ ਦੁਨੀਆ ਦਾ ਕੀ ਕਰਾਂਗੇ। ਸੋ ਇਹ ਜੋ ਹਾਲਾਤ ਸੀਗੇ। ਸੋ ਜੇ ਉਹਨਾਂ ਨੂੰ ਮੇਰੀਆਂ ਚੀਜ਼ਾਂ ਦਾ, ਮੈਂ ਹਰੇਕ ਦਾ ਧੰਨਵਾਦ ਕੀਤਾ, ਉਹਨਾਂ ਦਾ ਵੀ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਔਖੇ ਟਾਈਮ 'ਚ ਸਾਥ ਦਿੱਤਾ। ਮੇਰੀ ਤਾਂ ਸਭ ਨੂੰ ਇਹੀ ਗੱਲ ਦੀ ਬੇਨਤੀ ਆ ਕਿ ਕੁੜੀਆਂ ਕਿਸੇ ਵੀ ਖੇਤਰ ਦੇ ਵਿੱਚ, ਜੇ ਕਿਸੇ ਵੀ ਖੇਤਰ 'ਚ ਕੁਛ ਵੀ ਕਰ ਰਹੀਆਂ ਨੇ, ਉਹ ਸਾਡੀਆਂ ਧੀਆਂ ਭੈਣਾਂ ਨੇ, ਉਹਨਾਂ ਦਾ ਹੌਸਲਾ ਵਧਾਇਆ ਕਰੋ।
ਧੀਆਂ ਦੇ ਵਿਆਹ ਦੇ ਉੱਤੇ ਖਰਚਿਆਂ ਦੇ ਨਾਲੋਂ ਧੀਆਂ ਦੀ ਪੜ੍ਹਾਈ ਦੇ ਉੱਤੇ ਖਰਚਾ ਕਰੋ, ਉਹ ਜ਼ਿਆਦਾ ਵਧੀਆ ਹੋਊਗਾ। ਤੇ ਬਾਕੀ ਹੋਰ ਇੱਕ ਸੋਚ ਹੈਗੀ ਆ, ਕਿਉਂਕਿ ਹੁਣ ਜੇ ਮਰਦ ਪ੍ਰਧਾਨ ਸਮਾਜ ਦੀ ਹੀ ਗੱਲ ਚੱਲ ਰਹੀ ਆ, ਤੇ ਗੱਲ ਆ ਕਿ ਜਦੋਂ ਸਾਡੀਆਂ ਧੀਆਂ ਕਈ ਆਪਣੇ ਲਈ ਮੁੰਡਾ ਆਪ ਚੂਜ਼ ਕਰ ਲੈਂਦੀਆਂ ਨੇ, ਤੇ ਉੱਥੇ ਸਾਲਾਂ 10-10 15-15 ਸਾਲਾਂ ਬਾਅਦ ਵੀ ਜਿਹੜੇ ਹੈਗੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਨ ਤੋਂ ਉਹਦੇ ਨਾਲ ਰਿਸ਼ਤਾ ਤੋੜ ਦਿੰਦੇ ਆ, ਆਨਰ ਕਿਲਿੰਗ ਦੇ ਨਾਂ ਦੇ ਉੱਤੇ ਜਾਂ ਇੱਕ ਝੂਠੀ ਇੱਜ਼ਤ ਦੇ ਨਾਂ ਤੇ। ਮੈਂ ਇਹੋ ਜੀ ਜਿਹੜੀ ਉਹ ਇੱਜ਼ਤ ਨੂੰ ਮੈਂ ਕੁਛ ਨਹੀਂ ਮੰਨਦੀ ਜਿਹੜੀ ਇੱਜ਼ਤ ਆਪਣਿਆਂ ਦਾ ਪਿਆਰ ਖਤਮ ਕਰ ਦੇਵੇ। ਉਹ ਇੱਜ਼ਤ ਕਿਸ ਕੰਮ ਦੀ ਜਿਹਦੇ ਵਿੱਚ ਰਿਸ਼ਤਿਆਂ ਦਾ ਪਿਆਰ ਹੀ ਨਾ ਬਚੇ। ਮੈਨੂੰ ਲੱਗਦਾ ਕਿ ਨਿੱਕੀ ਜਿਹੀ ਜ਼ਿੰਦਗੀ ਆ, ਤੇ ਜੇ ਕਿਸੇ ਧੀ ਭੈਣ ਨੇ ਕਿਸੇ ਨੇ ਗਲਤੀ ਕਦੇ ਕਰ ਵੀ ਲਈ ਹੋਵੇ, ਮੁੰਡਿਆਂ ਦੀਆਂ ਗਲਤੀਆਂ ਮਾਫ ਕਰਕੇ ਮਾਪੇ ਠੀਕ ਹੈ ਉਹਨਾਂ ਨੂੰ ਹਰ ਹਾਲਤ ਦੇ ਵਿੱਚ ਬਚਾਉਣ ਤੁਰ ਪੈਂਦੇ ਨੇ। ਤੇ ਫਿਰ ਜੇ ਇੱਕ ਧੀ ਕਦੇ ਕੋਈ ਗਲਤੀ ਕਰ ਵੀ ਜਾਵੇ ਜੋ ਉਹਨਾਂ ਦੇ ਉਹਦੇ ਤੇ ਮੈਨੂੰ ਨਹੀਂ ਲੱਗਦਾ ਕਿ ਉਸ ਧੀ ਦੇ ਨਾਲ ਇੰਨੀ ਬੇਇਨਸਾਫੀ ਹੋਣੀ ਚਾਹੀਦੀ ਆ। ਸੋ ਇਹ ਚੀਜ਼ਾਂ ਵੀ ਹੈਗੀਆਂ ਨੇ ਜਿਨ੍ਹਾਂ ਦੇ ਉੱਤੇ ਮੈਨੂੰ ਲੱਗਦਾ ਕਿ ਸਮਾਜ ਨੂੰ ਹੁਣ ਆਪਣੀ ਸੋਚ ਬਦਲਣੀ ਪਊਗੀ ਤੇ ਬਦਲਣੀ ਚਾਹੀਦੀ ਆ, ਠੀਕ ਹੈ ਨਾ। ਤੇ ਕਿਉਂਕਿ ਜੋ ਮੈਂ ਚੀਜ਼ਾਂ ਦੇਖੀਆਂ ਨੇ, ਜਾਂ ਉਹ ਹਰਜੀਤ ਫੇਸ ਕਰੇ, ਜਾਂ ਈਵਨ ਅਮਨਦੀਪ ਕੋਟ ਕਪੂਰਾ ਨੇ ਫੇਸ ਕੀਤੀਆਂ ਨੇ, ਜਾਂ ਰੁਪਿੰਦਰ ਕੌਰ ਨੇ ਫੇਸ ਕੀਤੀਆਂ ਨੇ, ਜਾਂ ਕਿਤੇ ਵੀ ਕਿਸੇ ਵੀ ਫੀਲਡ ਦੇ ਵਿੱਚ ਧੀਆਂ ਕੰਮ ਕਰਦੀਆਂ ਨੇ, ਠੀਕ ਹੈ, ਉਹ ਜਿਹੜੀ ਚੀਜ਼ਾਂ ਫੇਸ ਕਰਦੀਆਂ ਨੇ, ਆਪ ਲੋਕਾਂ ਨੇ ਕੁਛ ਨਹੀਂ ਕਰਨਾ ਪਰ ਉਹਨਾਂ ਦੀਆਂ ਲੱਤਾਂ ਖਿੱਚਣ ਨੂੰ ਤੁਰੇ ਆਉਂਦੇ ਨੇ। ਹੁਣ ਜੋ ਚੀਜ਼ ਇਸ ਟਾਈਮ ਹਰਜੀਤ ਬੜੀ ਅਪਸੈਟ ਜਿਹਾ ਫੀਲ ਕਰ ਰਹੀ ਆ, ਤੇ ਮੇਰਾ ਵੀ ਮਨ ਕੀਤਾ ਕਿ ਮੈਨੂੰ ਉਹਦੇ ਨਾਲ ਖੜੀ ਹੋਣਾ ਚਾਹੀਦਾ, ਤੇ ਮੈਂ ਉਹਦੇ ਮੋਢੇ ਨਾਲ ਮੋਢਾ ਜੋੜ ਕੇ ਖੜੀ ਆ, ਬਿਕੋਜ਼ ਮੈਨੂੰ ਪਤਾ ਉਹ ਕੁੜੀ ਬੜੀ ਵਧੀਆ ਹੈ ਤੇ ਬਹੁਤ ਵਧੀਆ ਕੰਮ ਇੱਥੇ ਵੀ ਕਰਦੀ ਸੀ, UK ਜਾ ਕੇ ਵੀ ਕਰ ਰਹੀ ਆ। ਉਹਨੇ ਇੱਕ ਪ੍ਰੋਬਲਮ ਡਿਸਕਸ ਕੀਤੀਆਂ ਨੇ, ਨਾ ਕਿ ਮਤਲਬ ਲੋਕਾਂ ਨੇ ਉਹਦੇ ਤੇ ਐਲੀਗੇਸ਼ਨ ਲਾਤੇ ਜਿਸ ਚੀਜ਼ ਦੇ ਵੀ ਲਾਤੇ ਆ। ਜੇ ਕਿਸੇ ਕੋਲ, ਮੈਂ ਉਹੀ ਗੱਲ ਆ ਕਿ ਜੇ ਕਿਸੇ ਕੋਲ ਪ੍ਰੂਫ ਆ ਉਹਦੇ ਅਗੇਂਸਟ ਪ੍ਰੂਫ ਕੱਢ ਕੇ ਦਿੱਤੇ ਜਾਣ। ਲੋਕ ਤਾਂ ਕਿਸੇ ਨੂੰ ਜੀਣ ਨਹੀਂ ਦਿੰਦੇ। ਮੈਂ ਹੜਾਂ 'ਚ ਜਾ ਕੇ ਕੰਮ ਕੀਤਾ ਸੀਗਾ, ਮੈਨੂੰ ਕਹਿੰਦੇ ਉਹ ਵਕੀਲ ਹੋ ਕੇ ਕੋਰਟ 'ਚ ਕੰਮ ਕਰ ਲੈ, ਇਹਨੂੰ ਕੇਸ ਨਹੀਂ ਮਿਲਦੇ ਹੋਣੇ ਜੀ, ਇਹ ਹੜਾਂ ਦੇ ਵਿੱਚ ਆ ਗਈ। ਮੈਨੂੰ ਨਹੀਂ ਬਰਦਾਸ਼ਤ ਹੋਇਆ ਸੀ, ਮੈਂ ਤਾਂ ਜਾ ਕੇ ਉੱਥੇ ਕੰਮ ਕਰਨ ਗਈ ਸੀ। ਸੋ ਇੱਥੇ ਲੋਕ ਕਿਸੇ ਨੂੰ ਵੀ ਕੰਮ ਕਰਨ ਨਹੀਂ ਦਿੰਦੇ ਹੈਗੇ, ਲੋਕ ਕਿਸੇ ਨੂੰ ਵੀ ਜੀਣ ਦਿੰਦੇ ਨਹੀਂ ਹੈਗੇ। ਸੋ ਹੁਣ ਜਿਹੜੀ ਗੱਲ ਆਉਂਦੀ ਆ ਕਿ ਜਿਹੜੇ ਕੁੜੀਆਂ ਫੇਕ ਕੇਸ ਕਰਦੀਆਂ ਨੇ, ਵੀਰੇ ਮੁੰਡਿਆਂ ਨੇ ਅੱਜ ਤੱਕ ਕੁੜੀਆਂ ਦੇ, ਮਰਦ ਪ੍ਰਧਾਨ ਸਮਾਜ ਨੇ ਅੱਜ ਤੱਕ ਔਰਤਾਂ ਨੂੰ ਦੱਬਣ ਦੀ ਕੋਸ਼ਿਸ਼ ਕੀਤੀ ਆ, ਠੀਕ ਆ। ਤੇ ਹੁਣ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਕਾਨੂੰਨ ਨੇ ਜਿਹੜੇ ਇਹ ਕਾਨੂੰਨ ਦਿੱਤੇ ਆ, ਚਾਹੇ ਉਹ ਔਰਤਾਂ ਦੇ ਹੱਕ ਦਾ ਕਾਨੂੰਨ ਹੋਵੇ, ਚਾਹੇ ਉਹ SC ST ਐਕਟ ਦਲਿਤਾਂ ਦੇ ਹੱਕ ਦਾ ਕਾਨੂੰਨ ਹੋਵੇ, ਉਸ ਕਾਨੂੰਨ ਦੀ ਦੁਰਵਰਤੋਂ ਵੀ ਉਸੇ ਤਰੀਕੇ ਨਾਲ ਹੋਊਗੀ। ਕਿਉਂਕਿ ਦਲਿਤਾਂ ਨੂੰ ਸ਼ੁਰੂ ਤੋਂ ਮੈਂ ਮਾਈਂਡ ਕਿਉਂ ਨਹੀਂ ਕੀਤਾ, ਮੈਨੂੰ ਕਈ ਲੋਕਾਂ ਨੇ, ਹੁਣ ਮੈਂ ਨਾਲ ਥੋੜੀ ਜਿਹੀ ਡਾਇਵਰਟ ਕਰਦੀ ਹਾਂ ਗੱਲ, ਮੈਂ ਮਾਈਂਡ ਕਿਉਂ ਨਹੀਂ ਕੀਤਾ ਜਦੋਂ ਮੈਨੂੰ ਲੋਕਾਂ ਨੇ ਕਿਹਾ ਕਿ ਤੇਰੇ ਉੱਤੇ SC ST ਕਮਿਊਨਿਟੀ ਨੇ ਪਰਚਾ ਕੀਤਾ, ਤੈਨੂੰ ਤੇ ਇਹਨਾਂ ਦੀ ਮਦਦ ਨਹੀਂ ਕਰਨੀ ਚਾਹੀਦੀ, ਤੂੰ ਜੱਟਾਂ ਦਾ ਆ ਕੇ ਜੱਟਾਂ ਦੇ ਆਵਾਜ਼ 'ਚ। ਮੈਂ ਕਿਹਾ ਮੇਰਾ ਜੋ ਅਸੂਲ ਆ, ਮੈਂ ਹਮੇਸ਼ਾ ਬੋਲਦੀ ਹੁੰਦੀ ਆ ਕਿ ਮੈਂ ਬਿੱਛੂ ਤੇ ਇੱਕ ਸਾਧ ਦੀ ਕਹਾਣੀ ਸੁਣਾਉਣੀ ਹੁੰਦੀ ਆ ਕਿ ਜੇ ਬਿੱਛੂ ਆਪਣਾ ਡੰਗ ਮਾਰਨ ਦਾ ਸੁਭਾਅ ਨਹੀਂ ਛੱਡਦਾ, ਤੇ ਸਾਧ ਨੇ ਕਿਹਾ ਸੀ ਮੈਂ ਆਪਣਾ ਨੇਕੀ ਕਰਨ ਦਾ ਸੁਭਾਅ ਕਿਵੇਂ ਛੱਡਾਂ। ਉਸੇ ਤਰ੍ਹਾਂ ਜੇ ਉਹਨਾਂ ਨੇ ਮਾੜਾ ਕੀਤਾ ਤੇ ਡਜ਼ਨਟ ਮੀਨ ਕਿ ਮੈਂ ਬਾਕੀਆਂ ਦੇ ਲਈ ਵੀ ਮਾੜੀ ਹੋ ਜਾ। ਮੈਂ ਇਨਸਾਨੀਅਤ ਮੇਰਾ ਪਹਿਲਾ ਫਰਜ਼ ਆ, ਮੈਂ ਇਨਸਾਨੀਅਤ ਦੇ ਨਾਂ ਤੇ ਕੰਮ ਕਰਦੀ ਆ। ਮੇਰੇ ਲਈ ਪਹਿਲੇ ਨੰਬਰ ਦੇ ਉੱਤੇ ਇਨਸਾਨੀਅਤ ਅਵਲੇ ਅੱਲਾ ਨੂਰ ਪਾਇਆ, ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਸੋ ਮੈਂ ਸਿਰਫ ਇਸ ਕਰਕੇ ਕਿ ਮੇਰੇ ਤੇ ਕੁਛ ਕੁ ਵੀਰਾਂ ਭਰਾਵਾਂ ਨੇ ਮਤਲਬ ਉਹਨਾਂ ਨੂੰ ਗਲਤ ਲੱਗਿਆ ਜਾਂ ਜਿਹੜੀ ਵੀ ਚੀਜ਼ ਆ, ਇਸ ਕਰਕੇ ਮੇਰੇ ਤੇ SC ST ਐਕਟ ਦਾ FIR ਕਰਾਤੀ, ਤਾਂ ਮੈਂ ਬਾਕੀ SC ST ਕਮਿਊਨਿਟੀ ਦੀਆਂ ਜਾਂ ਮੈਂ ਲੋਕਾਂ ਦੀਆਂ ਜਾਤਾਂ ਪਾਤਾਂ ਪੁੱਛ ਕੇ ਮਦਦ ਕਰਾਂ, ਇਹ ਮੇਰਾ ਅਸੂਲ ਨਹੀਂ ਹੈਗਾ, ਨਾ ਮੈਂ ਇੱਦਾਂ ਕਰਾਂਗੀ। ਸੋ ਉਸੇ ਤਰ੍ਹਾਂ ਮੈਂ ਇਹ ਗੱਲ ਕਦੇ ਨਹੀਂ, ਮੇਰੇ ਨਾਲ ਜਾਤੀ ਤਾਂ ਮੇਰੇ ਨਾਲ ਵੀ ਹੋਈ ਸੀ, ਮਰਦ ਪ੍ਰਧਾਨ ਸਮਾਜ ਦੀ ਮਰਦ ਪ੍ਰਧਾਨ ਸੋਚ ਕਰਕੇ ਮੈਂ ਬਹੁਤ ਚੀਜ਼ਾਂ ਫੇਸ ਕੀਤੀਆਂ ਨੇ, ਪਰ ਇਸ ਚੀਜ਼ ਦੇ ਕਰਕੇ, ਠੀਕ ਹੈ, ਇਸ ਚੀਜ਼ ਦੇ ਕਰਕੇ ਮੈਂ ਬਾਕੀ ਮਰਦਾਂ ਨੂੰ ਮਾੜਾ ਬੋਲਣ ਲੱਗ ਜਾਂ, ਜਾਂ ਮੈਂ ਸਿਰਫ ਔਰਤਾਂ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕਰਨ ਲੱਗ ਜਾਂ, ਇਹ ਵੀ ਮੇਰੇ ਲਈ ਗਲਤ ਹੋਊਗਾ। ਸੋ ਮੈਨੂੰ ਲੱਗਦਾ ਕਿ ਸਾਡਾ ਫਰਜ਼ ਹੁੰਦਾ ਆ ਕਿ ਅਸੀਂ ਨਿਊਟਰਲ ਹੋ ਕੇ ਇਨਸਾਨੀਅਤ ਦੇ ਹੱਕ ਦੇ ਵਿੱਚ ਖੜੀਏ। ਤਾਂ ਉਸੇ ਤਰ੍ਹਾਂ ਪਰ ਹਾਂ, ਮੈਂ ਇੰਨੀ ਜ਼ਰੂਰ ਚੀਜ਼ ਚਾਹੁੰਦੀ ਹਾਂ ਕਿ ਜਿੰਨੀਆਂ ਵੀ ਧੀਆਂ ਭੈਣਾਂ ਨੇ ਜੋ ਅੱਗੇ ਵੱਧ ਰਹੀਆਂ ਨੇ, ਉਹਨਾਂ ਦਾ ਹੌਸਲਾ ਬੁਲੰਦ ਕਰੀਏ। ਚਾਹੇ ਫਿਰ ਹਾਂ ਥੈਂਕ ਯੂ ਅਮਨ, ਚਾਹੇ ਫਿਰ ਉਹ ਅਮਨ ਹੋਵੇ, ਚਾਹੇ ਹਰਜੀਤ ਕੌਰ ਬਡਰੁੱਖਾ ਹੋਵੇ, ਚਾਹੇ ਕੋਈ ਵੀ ਧੀ ਭੈਣ ਹੋਵੇ ਜੋ ਕਿਤੇ ਵੀ ਕੁਝ ਚੰਗਾ ਕੰਮ ਕਰਦੀ ਆ, ਸਾਨੂੰ ਸਾਰਿਆਂ ਨੂੰ ਰਲ ਕੇ ਉਸ ਧੀ ਭੈਣ ਦਾ ਸਾਥ ਦੇਣਾ ਚਾਹੀਦਾ। ਜੇ ਕਿਤੇ ਗਲਤ ਕਰਦੀ ਆ, ਉਹਨੂੰ ਉਹਦੀ ਗਲਤੀ ਦਾ ਪਿਆਰ ਨਾਲ ਅਹਿਸਾਸ ਕਰਾਉਣਾ ਚਾਹੀਦਾ। ਜਿਵੇਂ ਮੈਨੂੰ ਚੀਜ਼ ਨਹੀਂ ਚੰਗੀ ਲੱਗੀ ਸੀ, ਹਰਜੀਤ ਨੇ ਕਿਹਾ ਕਿ ਵਿਆਹ ਕਰਕੇ ਹੀ ਭੇਜੋ ਧੀਆਂ ਨੂੰ, ਮੈਂ ਕਿਹਾ ਹਰਜੀਤ ਇੱਥੇ ਗਲਤ ਆ, ਅਸੀਂ ਮਤਲਬ ਆਹ ਗੱਲ ਨਾ ਬੋਲੀ। ਆਪਾਂ ਕਿਵੇਂ ਕਹਿ ਸਕਦੇ ਹਾਂ ਕਿ ਕੱਲ੍ਹ ਨੂੰ ਹਸਬੈਂਡ ਉਹਦਾ ਚੰਗਾ ਨਿਕਲੂਗਾ? ਕਿਉਂਕਿ ਮੇਰੇ ਕੋਲ ਆਏ ਦਿਨ ਉਹਨਾਂ ਔਰਤਾਂ ਦੇ ਫੋਨ ਆਉਂਦੇ ਆ ਜਿਨ੍ਹਾਂ ਦੇ ਹਸਬੈਂਡ ਬਾਹਰ ਉਹਨਾਂ ਨੂੰ ਲੈ ਗਏ ਤੇ ਉਹਨਾਂ ਨੇ ਅੱਗੋਂ ਜਾ ਕੇ ਉਹਨਾਂ ਔਰਤਾਂ ਨੂੰ ਉੱਥੇ ਇਕੱਲੇ ਛੱਡ ਦਿੱਤੇ। ਇਹੋ ਜਿਹੇ ਕੇਸਿਸ ਵੀ ਆਉਂਦੇ ਆ ਜਿੱਥੇ ਕੁੜੀਆਂ ਵਿਆਹ ਕੇ ਚਲੀਆਂ ਜਾਂਦੀਆਂ ਨੇ, ਮੁੰਡੇ ਵਾਲਿਆਂ ਦੇ ਪੈਸੇ ਲਵਾ ਕੇ ਤੇ ਮੁੰਡੇ ਨੂੰ ਪਿੱਛੇ ਛੱਡ ਜਾਂਦੇ ਨੇ।
ਠੀਕ ਹੈ ਜੀ। ਸੋ ਸਾਡਾ ਮੈਨੂੰ ਲੱਗਦਾ ਕਿ ਜੇ ਅਸੀਂ ਕੁਝ ਅਸਾਰੂ ਸੋਚ ਵਾਲੇ ਲੋਕ ਜੁੜੇ ਹੋਏ ਹਾਂ, ਅਸੀਂ ਇਕੱਠੇ ਹੋ ਕੇ ਚੱਲੀਏ ਤੇ ਜਿੱਥੇ ਕਿਤੇ ਵੀ ਗਲਤ ਹੋ ਰਿਹਾ, ਜਿੱਥੇ ਕਿਤੇ ਵੀ ਇਨਸਾਨੀਅਤ ਦਾ ਘਾਣ ਹੋ ਰਿਹਾ, ਅਸੀਂ ਉਸ ਚੀਜ਼ ਦੇ ਖਿਲਾਫ ਆਵਾਜ਼ ਬੁਲੰਦ ਕਰੀਏ। ਫਿਰ ਇੱਕ ਗੱਲ ਹੋਰ ਮੈਂ ਕਹਿੰਦੀ ਹੁੰਦੀ ਹਾਂ ਕਿ ਇਹ ਸਾਡਾ ਘਰ ਆ, ਜੇ ਸਾਡਾ ਘਰ ਗੰਦਾ ਹੋ ਗਿਆ, ਸਫਾਈ ਸਾਨੂੰ ਕਰਨੀ ਪੈਣੀ ਹੈ। ਇਸ ਚੱਕਰ 'ਚ ਅਸੀਂ ਘਰ ਨਾ ਛੱਡ ਕੇ ਚਲੇ ਜਾਈਏ। ਦੂਜੀ ਜਿਹੜੀ ਗੱਲ ਮੈਂ ਇੱਕ ਹੋਰ ਬੋਲਣਾ ਚਾਹੁੰਦੀ ਹਾਂ ਤੇ ਮੈਂ ਬੋਲਦੀ ਵੀ ਰਹੀ ਹਾਂ ਕਿ ਹਮੇਸ਼ਾ ਬੋਲਦੀ ਵੀ ਰਹੀ ਹਾਂ ਕਿ ਜੇ ਤੁਸੀਂ ਜਾਂ ਮੈਂ ਜਾਂ ਕੋਈ ਵੀ ਇਨਸਾਨ ਆ ਇਸ ਸਿਸਟਮ ਨੂੰ ਸੁਧਾਰਨ ਲਈ ਕੰਟਰੀਬਿਊਟ ਨਹੀਂ ਕਰ ਸਕਦਾ, ਜੇ ਅਸੀਂ ਸਮਾਜ ਨੂੰ ਸੁਧਾਰਨ ਲਈ ਮਦਦ ਨਹੀਂ ਕਰ ਸਕਦੇ, ਤਾਂ ਸਾਨੂੰ ਕਿਸੇ ਨੂੰ ਵੀ ਹੱਕ ਨਹੀਂ ਹੈ ਕਿ ਅਸੀਂ ਸਿਸਟਮ ਨੂੰ ਗਲਤ ਬੋਲੀਏ। ਸੋ ਸਿਸਟਮ ਨੂੰ ਕੋਸਣ ਦਾ ਹੱਕ ਵੀ ਉਸੇ ਨੂੰ ਆ ਜੋ ਸਿਸਟਮ ਨੂੰ ਸੁਧਾਰਨ ਦੀ ਕੋਸ਼ਿਸ਼ ਕਰਦਾ ਆ। ਪਹਿਲਾਂ ਅਸੀਂ ਆਪਣੇ ਗਰੀਬਾਨ ਵਿੱਚ ਝਾਤੀ ਮਾਰ ਕੇ ਦੇਖੀਏ ਇਹ ਵੀ ਅਸੀਂ ਕਿੰਨੇ ਪਾਣੀ ਦੇ ਵਿੱਚ ਆ, ਫਿਰ ਅਸੀਂ ਜਾ ਕੇ ਗੱਲ ਕਰੀਏ ਕਿ ਕੌਣ ਗਲਤ ਆ। ਅਸੀਂ ਆਪ ਐਫਰਟਸ ਕਿੰਨੇ ਕੁ ਕੀਤੇ, ਅਸੀਂ ਕਿੰਨਾ ਕੁ ਕੰਮ ਕੀਤਾ। ਸੋ ਇਹ ਸਾਡੇ ਲਈ ਜ਼ਰੂਰੀ ਆ, ਠੀਕ ਹੈ। ਸੋ ਬਾਕੀ ਇੱਥੇ ਜਿਹੜੇ ਘਟੀਆ ਬੋਲਣ ਵਾਲੇ ਲੋਕ ਆ ਉਹਨਾਂ ਨੇ ਤਾਂ ਬੋਲਦੇ ਰਹਿਣਾ, ਜਿਵੇਂ ਆ ਪਤਾ ਨਹੀਂ ਕੌਣ ਆ ਫੇਕ ਆਈਡੀ ਵਾਲਾ, ਵਾਈ ਪੁੱਟ ਯੂ ਸੋ ਮਚ ਆਟਾ ਔਨ ਮਾਈ ਫੇਸ, ਹਨਾ। ਜੇ ਭਰਾਵਾ ਤੂੰ ਮੇਰੇ ਕੋਲੇ ਆ ਕੇ ਨਾ ਐਂ ਕਰੀ ਕਾਟਨ ਲਾ ਕੇ ਦੇਖ ਲਈ ਜੇ ਮੇਰੇ ਮੂੰਹ ਦੇ ਉੱਤੇ ਕੁਝ ਲੱਗਿਆ। ਵੈਸੇ ਵੀ ਜੇ ਲਾਇਆ ਵੀ ਹੋਊਗਾ ਦੈਟ ਇਜ਼ ਮਾਈ ਪਰਸਨਲ ਲਾਈਫ ਐਂਡ ਹੂ ਦੀ ਹੈਲ ਆਰ ਯੂ ਟੂ ਪੁਆਇੰਟ ਆਊਟ ਟੂ ਮੀ, ਠੀਕ ਹੈ। ਆਈ ਐਮ ਨਾਟ ਆਨਸਰੇਬਲ ਟੂ ਯੂ। ਸੋ ਇਹੋ ਜਿਹੇ ਲੋਕ ਨੇ ਜਿਹੜੇ ਇਹੋ ਜਿਹੀਆਂ ਪੁੱਠੀਆਂ ਸਿੱਧੀਆਂ ਗੱਲਾਂ ਕਰਦੇ ਨੇ। ਸੋ ਇਹੋ ਜਿਹੇ ਲੋਕਾਂ ਦੀ ਪਰਵਾਹ ਨਾ ਕਰੋ। ਮੈਂ ਸਾਰੀਆਂ ਭੈਣਾਂ ਨੂੰ ਕਹੂੰਗੀ ਤੇ ਮੈਂ ਸਾਰੇ ਵੀਰਾਂ ਨੂੰ ਕਹੂੰਗੀ ਕਿ ਜੋ ਇਹੋ ਜਿਹੇ ਕੋਈ ਵੀ ਚੰਗਾ ਕੰਮ ਕਰਦੀਆਂ ਨੇ ਭੈਣਾਂ, ਉਹਨਾਂ ਦਾ ਸਪੋਰਟ ਕਰਿਆ ਕਰੋ। ਧੀਆਂ ਦੇ ਵਿਆਹਾਂ ਦੇ ਖਰਚੇ ਕਰਨ ਨਾਲੋਂ ਉਹਨਾਂ ਨੂੰ ਸੈਲਫ ਡਿਪੈਂਡੈਂਟ ਬਣਾਓ, ਕਿਉਂਕਿ ਵਿਆਹ ਤੋਂ ਬਾਅਦ ਜੇ ਕੱਲ ਨੂੰ ਕੋਈ ਅਣਹੋਣੀ ਹੋ ਜਾਂਦੀ ਆ, ਘੱਟੋ ਘੱਟ ਉਹ ਆਪਣੇ ਆਪ ਨੂੰ ਬਚਾਉਣ ਜੋਗੀਆਂ ਤਾਂ ਹੈਗੀਆਂ, ਆਪਣੇ ਹੱਕ 'ਚ ਖੜਾਉਣ ਜੋਗੀਆਂ ਤਾਂ ਹੈਗੀਆਂ ਨੇ, ਆਪਣੇ ਹੱਕ ਦੇ ਵਿੱਚ ਖੜ ਕੇ ਕੰਮ ਕਰਨ ਜੋਗੀਆਂ ਤਾਂ ਹੈਗੀਆਂ ਨੇ। ਸੋ ਬਸ ਇਹੀ ਚੀਜ਼ਾਂ ਦੀ ਮੈਂ ਗੱਲ ਕਰਨੀ ਸੀਗੀ। ਜਦ ਤੱਕ ਮੈਨ ਵਰਸਸ ਵੂਮਨ ਤੇ ਵੂਮਨ ਵਰਸਸ ਮੈਨ ਦੀ ਇਹ ਜਿਹੜਾ ਚੱਲਦਾ ਰਹੂਗਾ, ਉਨੀ ਦੇਰ ਤੱਕ ਸਾਡੇ ਸਮਾਜ ਦਾ ਜਿਹੜਾ ਹੈਗਾ ਮਤਲਬ ਕਹਿ ਲਓ ਕਿ ਸੁਧਾਰ ਨਹੀਂ ਹੋਣਾ। ਸੋ ਉਮੀਦ ਆ ਕਿ ਮੇਰੀ ਗੱਲ ਜਿਨ੍ਹਾਂ ਨੂੰ ਪਸੰਦ ਆਈ ਹੈ ਇਸ ਗੱਲ ਨੂੰ ਸ਼ੇਅਰ ਜ਼ਰੂਰ ਕਰਿਓ, ਤਾਂ ਕਿ ਜਿੰਨੇ ਵੀ ਹੋ ਸਕਦਾ ਆ, ਕਿਉਂਕਿ ਇਹ ਜਿਹੜਾ ਸੋਸ਼ਲ ਮੀਡੀਆ ਇੱਕ ਸਾਡਾ ਪਲੇਟਫਾਰਮ ਆ ਜਿਹਦੇ ਥਰੂ ਅਸੀਂ ਲੋਕਾਂ ਤੱਕ ਆਪਣੀ ਆਵਾਜ਼ ਪਹੁੰਚਾਉਂਦੇ ਹਾਂ, ਲੋਕਾਂ ਤੱਕ ਦੱਸਦੇ ਹਾਂ, ਲੋਕਾਂ ਨੂੰ ਦੱਸਦੇ ਹਾਂ ਕਿ ਕੀ ਗੱਲਾਂ ਹੋ ਸਕਦੀਆਂ ਨੇ, ਕਿਵੇਂ ਆਪਾਂ ਆਪਣੇ ਸਮਾਜ ਦਾ ਸੁਧਾਰ ਕਰ ਸਕਦੇ ਹਾਂ, ਠੀਕ ਹੈ ਨਾ। ਸੋ ਇਹ ਸਾਰੀਆਂ ਸੋਸ਼ਲ ਮੀਡੀਆ ਇੱਕ ਬਹੁਤ ਵਧੀਆ ਪਲੇਟਫਾਰਮ ਆ ਜਿੱਥੋਂ ਅਸੀਂ ਆਪਣੀ ਆਵਾਜ਼ ਬੁਲੰਦ ਕਰ ਸਕਦੇ ਹਾਂ। ਸੋ ਮੈਨੂੰ ਉਮੀਦ ਆ ਕਿ ਇਸ ਚੀਜ਼ ਦਾ ਅਸੀਂ ਸਹੀ ਤਰੀਕੇ ਨਾਲ ਯੂਜ਼ ਕਰਾਂਗੇ। ਬਾਕੀ ਜੋ ਗਲਤ ਤਰੀਕੇ ਨਾਲ ਯੂਜ਼ ਕਰਦਾ ਉਹਨਾਂ ਨੂੰ ਮੈਨੂੰ ਲੱਗਦਾ ਕਿ ਕਰਨ ਦੇਣਾ ਚਾਹੀਦਾ ਹੈ। ਸਾਨੂੰ ਉਹ ਜਿਹੇ ਭੌਂਕਣ ਵਾਲੇ ਕੁੱਤਿਆਂ ਦੀ ਪਰਵਾਹ ਨਹੀਂ ਕਰਨੀ ਚਾਹੀਦੀ। ਮੈਂ ਸਾਰੀਆਂ ਭੈਣਾਂ ਨੂੰ ਇਹ ਕਹੂੰਗੀ ਕਿ ਜਦੋਂ ਅਸੀਂ ਅੱਗੇ ਵੱਧਦੇ ਹਾਂ ਤਾਂ ਰਾਹ ਦੇ ਵਿੱਚ ਠੋਕਰਾਂ ਆਉਂਦੀਆਂ। ਪਹਿਲਾਂ ਜਦੋਂ ਅਸੀਂ ਤੁਰਨ ਦੀ ਕੋਸ਼ਿਸ਼ ਕਰਦੇ ਹਾਂ ਸਾਡੇ ਰਾਹ ਨੂੰ ਰੋਕਿਆ ਜਾਂਦਾ ਆ, ਤੇ ਜਦੋਂ ਸਾਡੇ ਰਾਹ ਨੂੰ ਰੋਕਿਆ ਜਾਂਦਾ, ਰਾਹ ਨੂੰ ਰੋਕਣ ਦੀ ਕੋਸ਼ਿਸ਼ ਹੁੰਦੀ ਆ, ਉਹ ਸਾਡੀਆਂ ਲੱਤਾਂ ਖਿੱਚੀਆਂ ਜਾਂਦੀਆਂ ਨੇ, ਸਾਨੂੰ ਬਦਨਾਮ ਕੀਤਾ ਜਾਂਦਾ ਆ, ਸਾਨੂੰ ਕਰੈਕਟਰਲੈਸ ਬੋਲਿਆ ਜਾਂਦਾ ਆ, ਸਾਨੂੰ ਕਿਸੇ ਨਾ ਕਿਸੇ ਦੇ ਨਾਲ ਜੋੜਿਆ ਜਾਂਦਾ ਆ। ਜੇ ਅਸੀਂ ਉਹ ਚੀਜ਼ ਵੀ ਪਾਰ ਕਰ ਲੈਂਦੇ ਹਾਂ, ਫਿਰ ਸਾਨੂੰ ਇੱਕ ਬਾਗੀ ਹੋਣ ਦਾ ਖਿਤਾਬ ਦੇ ਦਿੱਤਾ ਜਾਂਦਾ, ਜੋ ਖਿਤਾਬ ਮੈਨੂੰ ਮਿਲਿਆ ਹੋਇਆ ਕਿ ਬੜੀ ਬਾਗੀ ਆ। ਮੈਨੂੰ ਕਹਿ ਦਿੰਦੇ ਆ ਇਹਦਾ ਤਾਂ ਔਖਾ ਆ, ਇਹ ਅਨਪ੍ਰੈਡਿਕਟੇਬਲ ਆ, ਮਿਸਲੀਡਡ ਮਿਜ਼ਾਈਲ ਆ। ਮੈਂ ਵੀ ਉਹ ਸਾਰੀਆਂ ਚੀਜ਼ਾਂ ਆਪਣੇ ਸਿਰ ਦੇ ਉੱਤੇ ਸਹਿਨੀ ਆ। ਕੋਈ ਗੱਲ ਨਹੀਂ, ਜਿਹੜੇ ਬੋਲਦੇ ਆ ਲੈਟ ਦੈਮ ਪਾਕ, ਕੁੱਤਿਆਂ ਦਾ ਕੰਮ ਹੁੰਦਾ ਭੌਂਕਣਾ, ਉਹਨਾਂ ਨੂੰ ਭੌਂਕਣ ਦਿੱਤਾ ਜਾਵੇ, ਆਪਣਾ ਨਿਸ਼ਾਨਾ ਸਹੀ ਰੱਖੀਏ। ਸੋ ਉਮੀਦ ਆ ਕਿ ਸਮਾਜ ਜਿੰਨਾ ਕੁ ਵੀ ਕੋਸ਼ਿਸ਼ ਅਸੀਂ ਕਰਦੇ ਰਵਾਂਗੇ ਤੇ ਇਸ ਚੀਜ਼ ਤੋਂ ਸੇਧ ਲੈਣਗੇ। ਤੇ ਜੇ ਕੁਝ ਗਲਤ ਬੋਲਿਆ ਗਿਆ ਹੋਵੇ ਮਾਫ ਕਰਿਓ, ਤੇ ਗੁੱਸੇ ਗਿਲੇ ਮਿਟਾ ਕੇ ਮੈਨੂੰ ਲੱਗਦਾ ਕਿ ਇਨਸਾਨੀਅਤ ਪਹਿਲੇ ਨੰਬਰ ਤੇ, ਸਾਨੂੰ ਇਨਸਾਨੀਅਤ ਲਈ ਖੜਨਾ ਚਾਹੀਦਾ। ਸਤਿ ਸ਼੍ਰੀ ਅਕਾਲ ਜੀ। ਬਿਊਰੋ ਰਿਪੋਰਟ, ਹਕੀਕਤ ਟੀਵੀ ਪੰਜਾਬੀ।